अस्सलाम वालेकुम। प्रोग्राम मुजरिम कौन के एक और एपिसोड के साथ सबीउल हसन खान आपकी खिदमत में हाजिर है। नाज़रीन, अदम बर्दाश्त और बढ़ते हुए वाक़यात, ये जुमला आप रोज़मर्रा ख़बरों में सुनते हैं, अखबारों में पढ़ते हैं और इस जुमले के नतीजे में होने वाले बहुत सारे कत्ल और बहुत सारी वारदातें जो हमारे मुआशरे में रोज़मर्रा का हिस्सा हैं। ऐसी ही एक वारदात पेश आई शहबाजपुर थाना निशाताबाद की हदूद में एक इलाका है वहाँ पे, जहाँ सिर्फ एक बकरी बांधने के मामले पे फायरिंग हुई और फायरिंग के नतीजे में 5 अफराद ज़ख्मी हुए, जिनमें से 2 ज़िंदगी और मौत की कशमकश में हैं और बाकी 3 अफराद ज़ख्मी हालत में अपने घर में मौजूद हैं। और ताहाल मुल्ज़िमान कहाँ हैं, ये वाक़या पेश किस तरह से आया, कब से धमकियाँ मिल रही थीं जो मज़रूब पार्टी है उनको, और पुलिस ने अब तक इस केस में क्या कार्रवाई की है। आगे बढ़ते हैं और इस केस की इन्वेस्टिगेशन की जानिब बढ़ते हैं। 324 की FIR जिसका इंदराज थाना निशाताबाद में हुआ, और इस FIR के मुद्दई इस वक्त हमारे साथ हैं अयूब मसीह। उनसे इस तमाम FIR से मुताल्लिक़ जानते हैं, उनसे बात करते हैं ये वाक़या किस तरह से पेश आया उनके साथ और मुल्ज़िमान को ये कब से जानते हैं और पुलिस ने अब तक क्या कार्रवाई की है। अयूब, ये बताइएगा कि आप कब से इस इलाके में रिहाइश पजीर हैं? जी सर, असी जमपाली इत्थों दे हाँ, 8 ਚੱਕ 5 ਗਰਾਈ ਮੇਰਾ ਪਿੰਡ ਆ ਜੀ। ਔਰ 2008 ਦੇ ਅਸੀਂ ਇੱਥੇ ਰਹਿਣ ਡਏ ਹਾਂ ਅਤੇ ਸਾਰੇ ਇਹਨਾਂ ਨੂੰ ਅਸੀਂ 2008 ਦੇ ਜਾਣਨ ਡਏ ਹਾਂ, ਇਹ ਵੀ 2009-10 'ਚ ਇੱਥੇ ਆਏ ਨੇ। ਅਤੇ ਇਹ ਸਾਰੇ ਇਹਨਾਂ ਦਾ ਪੇਸ਼ਾ ਹੀ ਇਹ ਹੈ, 7 ਚੱਕ 'ਚ ਵੀ ਇਹ ਲੋਕਾਂ ਨੂੰ ਤੰਗ ਕਰਦੇ ਨੇ, ਅਸਲਾ ਇਹਨਾਂ ਦੇ ਕੋਲ ਆ ਨਜਾਇਜ਼, ये बदमाशी टाइप के बंदे ने। ठीक है, अच्छा ये बताएं कि आपका ज़रिया मुआश क्या है, ज़रिया रोज़गार क्या है? जी सर, मैं असी भट्ठे ते काम करने सर, इट्टां पाउने आ, मजदूरी करने आ ते अपने बच्चों का पेट पालने आ जी। अब ये बताएं कि ये वाक़या किस तरह से पेश आया, कैसे ये सब कुछ हुआ आपके साथ? ये वाक़या सर इस तरह पेश आया कि इन्हां दा घर चौक तो परले पासे आ जी। असी ये साडे बूहे दे अगे बकरा बांधदे सी धक्केशाही दे नाल। जे अगर रजामंदी नाल कहिंदे ते खरे असी बन्नण भी दिंदे, ते धक्के नाल ते नहीं ना कोई बन्नण दिंदा जी। ਇਹਦੀ ਵਜ੍ਹਾ ਤੋਂ ਇਹ ਨਹੀਂ ਮੁੜੇ। ਮੈਂ ਪਿੰਡ ਦੇ ਚੌਧਰੀ ਸਾਹਿਬ ਕੋਲ ਗਿਆ ਵਾਂ, ਜਾਜਵਾਲਾ ਦੇ ਕੋਲ, ਉਹਨਾਂ ਨੂੰ ਜਾ ਕੇ ਦੱਸਿਆ ਵਾ ਮੈਂ, ਜਨਾਬ ਵੀ ਆ ਵੇਖ ਲਓ ਸਾਰੇ ਕੀ ਕਰਨ ਡਏ ਨੇ। ਉਹਨਾਂ ਨੇ ਕਿਹਾ ਜੀ ਮੈਂ ਇਹਨਾਂ ਨੂੰ ਮਨਾ ਕਰਨਾ ਵਾ। ਫਿਰ ਮੈਂ ਚੌਧਰੀ ਪਰਵੇਜ਼ ਢਿੱਲੋਂ ਸਾਹਿਬ ਦੇ ਕੋਲ ਵੀ ਗਿਆ ਵਾਂ ਜੀ, ਮੈਂ ਉਹਨਾਂ ਨੂੰ ਵੀ ਦੱਸਿਆ ਜਾ ਕੇ ਵੀ ਚੌਧਰੀ ਸਾਹਿਬ ਇਹ ਮੁੜਨ ਨਹੀਂ ਡਿਆ, ਸ਼ੈਤਾਨੀਆਂ ਕਰਨ ਡਏ ਨੇ, ਫਿਰ ਵੇਖ ਲਓ। ਲੇਕਿਨ ਉਹ ਵੀ ਮਸਰੂਫ ਸਨ, ਉਹਨਾਂ ਨੇ ਕਿਹਾ ਮੈਂ ਪੁੱਛ ਲੈਣਾ ਜੀ। ਇੱਕ ਦਿਨ ਫਿਰ ਇਸ ਤਰ੍ਹਾਂ ਹੀ ਸਰ 1 ਤਰੀਕ ਦਾ ਵਾਕਿਆ, ਚੌਥੇ ਮਹੀਨੇ ਦੀ ਦਾ, ਸੰਨ 2022, ਦਿਨ 11:30 ਵਜੇ ਦਾ ਵਾਕਿਆ ਜੀ। ਅਸੀਂ ਇਹਨਾਂ ਨੂੰ ਬੱਕਰਾ ਬੰਨ੍ਹਣ ਆਏ ਹਾਂ, ਮਨਾ ਕੀਤਾ ਵਾ, ਇਹਨਾਂ ਨੇ ਸਾਡੇ 'ਤੇ ਫਾਇਰਿੰਗ ਕਰਤੀ ਹੈ, ਜਿਹਦੇ ਵਿੱਚ ਜਨਾਬ 5 ਬੰਦੇ ਜਿਹੜੇ ਆ ਜ਼ਖਮੀ ਹੋਏ ਆ, ਬਮਾ ਮੈਂ 7 ਫਾਇਰ ਮੈਨੂੰ ਲੱਗੇ ਆ ਜੀ, 3 ਮੇਰੇ ਭਾਈ ਨੂੰ ਲੱਗਿਆ ਮਹਿਮੂਦ ਨੂੰ, ਇੱਕ ਮੇਰਾ ਬੇਟਾ ਵਾ 9 ਸਾਲ ਦਾ, 2 ਫਾਇਰ ਉਹਦੇ ਲੱਗੇ ਆ ਜੀ ਹੱਥ 'ਤੇ, ਇੱਕ ਮੇਰਾ ਭਾਣਜਾ ਵਾ ਜਿਹੜਾ ਕਿ ਬਹੁਤ ਸੀਰੀਅਸ ਆ ਜਨਾਬ, ਸਰਫਰਾਜ਼ ਮਸੀਹ ਵਲਦ ਯਕੂਬ ਮਸੀਹ, ਉਹ ਬਹੁਤ ਸੀਰੀਅਸ ਆ ਜਨਾਬ, ਉਹਨੂੰ ਵੀ ਬੜੇ ਫਾਇਰ ਲੱਗੇ। ਇਹਨਾਂ ਨੇ ਬਹੁਤ ਫਾਇਰਿੰਗ ਕੀਤੀ ਆ, ਸਾਡੇ ਗੇਟਾਂ ਨੂੰ ਫਾਇਰ ਮਾਰੇ ਆ, ਸਾਡੀਆਂ ਕੰਧਾਂ ਨੂੰ ਫਾਇਰ ਮਾਰੇ ਆ, ਅੱਗੇ ਸਕੂਲ ਆ ਬੱਚਿਆਂ ਦਾ, ਉਹਨੂੰ ਵੀ ਜਾ ਕੇ ਉਹਦੇ ਦਰਵਾਜ਼ੇ 'ਚ ਵੀ ਫਾਇਰ ਲੱਗੇ ਆ, ਮਾਮਬਾਰਗਾ ਦੇ ਕੋਲ। ਲੋਕ ਤਰਾਸ ਕਰਦੇ ਸੀ, ਇਹਨਾਂ ਨੇ ਇੰਨੀ ਫਾਇਰਿੰਗ ਕੀਤੀ ਆ ਜਨਾਬ। ਇਹਨਾਂ ਨੇ ਅਸਲਾ ਇਕੱਠਾ ਕੀਤਾ ਵਾ, ਇਹਨਾਂ ਨੇ ਬੰਦੇ ਸੱਦੇ ਆ ਜਨਾਬ ਲੜਨ ਵਾਸਤੇ, ਔਰ ਇਹਨਾਂ ਨੇ 1 ਘੰਟਾ ਪਹਿਲੋਂ ਆਪਣੀਆਂ ਬੁੱਢੀਆਂ ਅਤੇ ਬੱਚੇ ਜਿਹੜੇ ਆ ਘਰੋਂ ਘੱਲ ਦਿੱਤੇ ਸੀ ਜਨਾਬ। ਇਹਨਾਂ ਦਾ ਜ਼ੇਨ ਸੀ ਕਿ ਅਸੀਂ ਲੜਨਾ ਮਰਨਾ ਵਾ। ਔਰ ਜਿਹੜਾ ਵੀ ਅਸੀਂ ਜੀ ਘਰੋਂ ਬਾਹਰ ਨਿਕਲਦੇ ਗਏ ਆ ਜਨਾਬ, ਜਿਹਦੇ ਵਿੱਚ ਮਲਕ ਗੁਲਾਮੁੱਲਾ, 3 ਉਹਦੇ ਬੇਟੇ ਅਤੇ ਇੱਕ ਇਹਦਾ ਭਾਈ ਆ ਜੀ ਅਮਾਨੁੱਲਾ, 2 ਉਹਦੇ ਬੇਟੇ, ਇਹਨਾਂ ਕੋਲ ਸਾਰਿਆਂ ਕੋਲ ਅਸਲਾ ਸੀ ਜਨਾਬ। ਔਰ ਥਾਣੇ ਸਿਰਫ ਇਹ ਮੰਨੇ ਨੇ SHO ਸਾਹਿਬ ਦੇ ਅੱਗੇ ਇੱਕ 244 ਬੋਰ ਨਜਾਇਜ਼ ਜਿਹਦਾ ਕਿ ਲਾਇਸੈਂਸ ਹੈ ਨਹੀਂ ਗਾ, ਔਰ ਇੱਕ ਪੰਪ ਐਕਸ਼ਨ ਮੰਨੇ ਨੇ ਜਿਹਦਾ ਕਿ ਲਾਇਸੈਂਸ ਹੈ ਨਹੀਂ ਗਾ। ਇਹ 2 ਚੀਜ਼ਾਂ ਮੰਨੇ ਨੇ ਥਾਣੇ ਜਨਾਬ, ਬਾਕੀ ਸਾਰਿਆਂ ਕੋਲ ਅਸਲਾ ਸੀ। ਜਿਹੜਾ ਮੈਨੂੰ ਫਾਇਰ ਮਾਰਿਆ ਅਤਾਉੱਲਾ ਵਲਦ ਅਮਾਨੁੱਲਾ ਨੇ ਮਾਰਿਆ, ਦੂਸਰਾ ਫਾਇਰ ਮੈਨੂੰ ਅਸਾਨੁੱਲਾ ਉਰਫ ਰਾਜਾ ਵਲਦ ਗੁਲਾਮੁੱਲਾ ਮੈਨੂੰ ਉਹਨੇ ਮਾਰਿਆ ਜੀ। ਔਰ ਮੇਰਾ ਜਿਹੜਾ ਛੋਟਾ ਭਾਈ ਆ ਮਹਿਮੂਦ, ਇਹਨੂੰ ਫਾਇਰ ਮਾਰੇ ਆ ਜੀ ਸੈਮੀਉੱਲਾ ਨੇ ਵਲਦ ਗੁਲਾਮੁੱਲਾ ਨੇ। ਔਰ ਜਿਹੜਾ ਸਰਫਰਾਜ਼ ਹੈ ਮੇਰਾ ਭਾਣਜਾ ਵਾ ਜੀ, ਉਹਨੂੰ ਫਾਇਰ ਮਾਰੇ ਆ ਹਬੀਬੁੱਲਾ ਵਲਦ ਗੁਲਾਮੁੱਲਾ ਵਲਦ ਤਾਜਦੀਨ, ਇਹਨਾਂ ਨੇ ਫਾਇਰ ਮਾਰੇ ਆ। ਔਰ ਇੱਕ ਅਬੂ ਬੱਕਰ ਹੈ ਇਹਨਾਂ ਦਾ ਭਤੀਜਾ ਜੀ, ਉਹਨੇ ਮੇਰੇ ਛੋਟੇ ਬੇਟੇ ਨੂੰ ਫਾਇਰ ਮਾਰਿਆ, 9 ਸਾਲ ਦਾ ਮੇਰਾ ਬੇਟਾ ਜੀ, ਇਹਨਾਂ ਉਹਨੂੰ ਵੀ ਨਹੀਂ ਬਖਸ਼ਿਆ, ਉਹਦੇ ਵੀ ਹੱਥ 'ਤੇ 2 ਫਾਇਰ ਲੱਗੇ ਆ ਜਨਾਬ। ਅਸੀਂ ਥਾਣਾ ਨਿਸ਼ਾਤਾਬਾਦ FIR ਕਟਵਾਈ ਆ, ਜਦੋਂ ਕਿ ਅਜੇ ਸਿੱਧਾ ਇਹਨਾਂ ਨੂੰ ਨਹੀਂ ਫੜਿਆ ਗਿਆ, ਸਾਰੇ ਇਹਨਾਂ ਨੂੰ ਕਿਸੇ ਨਹੀਂ ਫੜਿਆ।
ਇਹ ਸਰੇਆਮ ਅਜੇ ਵੀ ਸ਼ਾਮ ਨੂੰ ਗੰਨਾ ਲੈ ਕੇ ਫਿਰਦੇ ਆ। ਅਸੀਂ ਡਰਦੇ ਆ, ਆਪਣੇ ਘਰ ਨਹੀਂ ਮੈਂ ਸੌਣ ਡਿਆ ਜਨਾਬ, ਕਿ ਇਹਨਾਂ ਤੋਂ ਮੈਨੂੰ ਆਪਣੀ ਜਾਨ ਤੋਂ ਖਤਰਾ ਵਾ ਇਹਨਾਂ ਤੋਂ। ਅੱਛਾ, ਇਹ ਦੱਸੋ ਕਿ ਇਹ ਸਾਰਾ ਕੁਝ ਹੁੰਦਾ ਰਿਹਾ, ਫਾਇਰਿੰਗ ਹੁੰਦੀ ਰਹੀ ਹੈ, ਕਿੰਨੇ ਟਾਈਮ 'ਚ ਸਾਰਾ ਕੁਝ ਹੋਇਆ ਹੈ? ਕਿੰਨਾ ਟਾਈਮ ਡਿਊਰੇਸ਼ਨ ਸੀ ਇਹਦਾ ਸਾਰੇ? ਸਰ 11:30 ਵਜੇ ਦਾ ਟਾਈਮ ਸੀ, ਜੁਮੇ ਦਾ ਦਿਨ ਸੀ, ਪਹਿਲੀ ਤਰੀਕ ਸੀ ਚੌਥੇ ਮਹੀਨੇ ਦੀ, ਅਤੇ ਤਕਰੀਬਨ 5-7 ਮਿੰਟ ਹੀ ਲਾਏ ਆ ਜੀ ਉਹਨਾਂ ਨੇ। ਜਿਹੜਾ ਬਾਹਰ ਨਿਕਲਦਾ ਗਿਆ ਉਹਨੂੰ ਫਾਇਰ ਮਾਰਦੇ ਗਏ ਨੇ। ਅਤੇ ਅੱਛਾ, ਪੁਲਿਸ ਤੁਸੀਂ 15 ਤੇ ਇਤਲਾਹ ਕੀਤੀ ਫੌਰਨ 1 ਤੇ ਕਿੰਨੀ ਦੇਰ ਬਾਅਦ ਪੁਲਿਸ ਪਹੁੰਚੀ? ਸਰ ਅਸੀਂ ਤੇ ਹਸਪੀਟਲ ਚੱਲ ਗਏ ਸਾਂ। ਸਾਡੇ ਹਸਪੀਟਲ ਜਾਣ ਤੋਂ ਬਾਅਦ ਪੁਲਿਸ ਆਈ ਆ, ਪੁਲਿਸ ਨੇ ਸਾਰਾ ਵਕੂਆ ਵੇਖਿਆ ਵਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਣ ਕੇ ਦੁਕਾਨ ਫੇਰ ਖੋਲ੍ਹੀ ਆ, ਦੁਕਾਨ ਖੋਲ੍ਹ ਕੇ ਫਿਰ ਮੁੰਡੇ ਭੌਂਦਾ ਜੀ ਇੱਥੇ। ਮੈਂ ਫਿਰ SHO ਸਾਹਿਬ ਦੇ ਕੋਲ ਗਿਆ ਵਾਂ, ਮੈਂ ਉਹਨਾਂ ਨੂੰ ਦੱਸਿਆ ਵਾ। SHO ਸਾਹਿਬ ਆਏ ਵੀ ਨੇ ਇੱਥੇ, ਉਹਨਾਂ ਨੇ ਵਕੂਆ ਵੇਖਿਆ ਸਾਰਾ, ਇਹ ਗੇਟ ਸ਼ੇਟ ਵੇਖ ਕੇ, ਜਿੱਥੇ ਗੋਲੀਆਂ ਲੱਗੀਆਂ ਕੰਧਾਂ ਨੂੰ, ਦੀਵਾਰਾਂ ਨੂੰ ਵੇਖ ਕੇ ਉਹਨਾਂ ਨੇ ਕਿਹਾ ਜੀ ਮੈਂ ਇਹ ਦੁਕਾਨ ਤੇ ਨਹੀਂ ਬੰਦ ਕਰਵਾ ਸਕਦਾ, ਕਾਨੂੰਨ ਨਹੀਂ ਹੈ, ਲੇਕਿਨ ਇਹਨਾਂ ਦੀ ਜ਼ਮਾਨਤਾਂ ਨੇ। ਜਿੱਥੋਂ ਸਿੱਧਾ ਹੋਇਆ ਮੈਂ ਜਨਾਬ, ਮੈਂ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਮੈਂ ਤੁਹਾਡੀ ਹੈਲਪ ਕਰਾਂਗਾ। ਜ਼ਮਾਨਤ ਗ੍ਰਿਫਤਾਰੀ ਤੋਂ ਪਹਿਲੇ ਹੋ ਗਈ ਜਾਂ ਗ੍ਰਿਫਤਾਰ ਹੋਇਆ ਕੋਈ ਬੰਦਾ ਫਿਰ ਉਸ ਤੋਂ ਬਾਅਦ ਜ਼ਮਾਨਤਾਂ ਹੋਈਆਂ? ਨਹੀਂ ਸਰ, ਗ੍ਰਿਫਤਾਰ ਹੋਣ ਤੋਂ ਪਹਿਲਾਂ ਇਹਨਾਂ ਨੇ ਬੂਰੀਆਂ ਜ਼ਮਾਨਤਾਂ ਕਰਾਈਆਂ ਨੇ, ਅਤੇ ਬੂਰੀਆਂ ਜ਼ਮਾਨਤਾਂ ਅਜੇ ਚੱਲਣ ਡਈਆਂ ਜੀ। ਕਿੰਨੇ ਲੋਕ ਨਾਮਜ਼ਦ ਨੇ ਇਸ FIR ਦੇ ਵਿੱਚ? ਇਹ 7 ਲੋਕ ਨਾਮਜ਼ਦ ਨੇ ਸਰ, ਅਤੇ 2 ਨਾਮਲੂਮ ਨੇ। 2 ਨਾਮਾਲੂਮ ਨੇ, 7 ਨਾਮਜ਼ਦ ਨੇ। ਅੱਛਾ, ਇਹਦੇ ਤੋਂ ਪਹਿਲੇ ਤੁਹਾਨੂੰ ਕੋਈ ਧਮਕੀਆਂ ਦਿੰਦੇ ਰਹੇ ਨੇ ਕਿ ਤੁਹਾਡੇ ਨਾਲ ਅਸੀਂ ਇਸ ਤਰ੍ਹਾਂ ਕਰਾਂਗੇ, ਤੁਹਾਨੂੰ ਫਾਇਰ ਮਾਰਾਂਗੇ ਜਾਂ ਤੁਹਾਡਾ ਕੋਈ ਜਾਨੀ ਨੁਕਸਾਨ ਕਰਾਂਗੇ, ਕੋਈ ਧਮਕੀਆਂ ਇਹਨਾਂ ਨੇ ਦਿੱਤੀਆਂ ਨੇ? ਹਾਂਜੀ ਸਰ, ਇਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਨੇ, ਅਤੇ ਲੇਕਿਨ ਸਾਡੇ ਦਿਲ 'ਚ ਸੀ ਵੀ ਇਹ ਧਮਕੀਆਂ ਦੇਣ ਡੇ ਨੇ ਸਾਨੂੰ। ਸਾਰੇ ਪਤਾ ਨਹੀਂ ਸੀ ਕਿ ਇਹਨਾਂ ਨੇ ਸੱਚੀ ਮੁੱਚੀ ਇਸ ਤਰ੍ਹਾਂ ਕਰ ਦੇਣਾ ਵਾ। ਅਤੇ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਜਨਾਬ। 4 ਬੰਦੇ ਅਤੇ 1 ਮਹੱਲੇਦਾਰ, 5 ਬੰਦਿਆਂ ਨੂੰ ਇਹਨਾਂ ਨੇ ਫਾਇਰ ਮਾਰੇ ਆ, ਅਤੇ ਇਹਨਾਂ ਨੇ ਬਹੁਤ ਸਾਰੀ ਜ਼ਿਆਦਤੀ ਕੀਤੀ ਹੈ ਸਾਡੇ ਨਾਲ ਸਰ, ਇੰਤਹਾ ਕਰ ਦਿੱਤੀ ਆ। ਜਿਹੜੇ ਕਿ ਆ ਵੇਖ ਲਓ ਬੰਦਿਆਂ ਦੀਆਂ ਲੱਤਾਂ 'ਚ, ਪੱਟਾਂ 'ਚ, ਇੱਥੇ ਫਾਇਰ ਲੱਗੇ ਨੇ। ਅੱਗੇ ਇੱਕ ਸਰਫਰਾਜ਼ ਆ ਮੇਰਾ ਭਾਣਜਾ, ਉਹਦੇ 'ਤੇ ਬਹੁਤ ਹੀ ਫਾਇਰ ਲੱਗੇ ਆ, ਪਤਾ नहीं किन्ने सारा ही विजे आ फैरां दे नाल। अयूब की आपने गुफ्तगू सुनी, इसका ये कहना है कि ये गरीब लोग हैं, मज़दूरी करते हैं भट्टों पे और फिर उसके बाद अपना और अपने बच्चों का पेट पालते हैं। यहाँ पे बकरा बांधने से, गली में बकरा बांधने से लड़ाई का आगाज़ हुआ और फिर उसके बाद मुख्तलिफ़ जो गांव के चौधरी हजरात हैं या फिर जो गांव के करता धरता हैं उनके पास भी ये गए कि ये लोग ज़्यादती कर रहे हैं, धमकियां दे रहे हैं हमें, लेकिन इनकी कहीं सुनवाई ना हुई, किसी ने नोटिस ना लिया इस सारी बात का और मामला ये यूँ ही समझा जाता रहा कि ये सिर्फ बातें हैं। और फिर ख़ास तौर पे अयूब से जब हमारी बात हो रही थी तो अयूब का भी यही कहना है कि हमें यही लग रहा था कि ये सिर्फ बातें कर रहे हैं, कुछ ऐसा होगा नहीं। लेकिन इनके साथ ज़्यादती हुई, जुल्म हुआ। ये जैसे जैसे घर से मुबैना तौर पे निकलते रहे और इन पे फायरिंग होती रही और 5 लोग इस वक्त ज़ख्मी हैं इस फायरिंग के नतीजे में, जिनमें एक शख्स का बताया जा रहा है कि वो शदीद ज़ख्मी हालत में अभी भी हॉस्पिटलाइज है। FIR दर्ज हो गई है, इस पे कार्रवाई भी पुलिस की जानिब से फ़ौरी तौर पे की गई, लेकिन मुल्ज़िमान ज़मानत पर इस वक्त रिहा हैं और रिहाई होने की का ये वो फ़ायदा ये उठा रहे हैं कि इन्हें घर में बैठे धमकियां दे रहे हैं, इन्हें घर में बैठे ज़दोकोब किया जा रहा है। और ये अभी भी अयूब का ये कहना है कि ये अपने घर में नहीं सो रहा, सिर्फ इस खौफ की वजह से कि कहीं दोबारा इसकी ज़िंदगी के दर पे ना हो जाएं इसके दुश्मन। तो अभी कुछ मज़ीद इसमें विक्टम्स हैं, कोशिश करते हैं कि उनसे भी बात करने की, जो लोग इस पोजीशन में हैं कि वो बात कर सकें। पुलिस का मौक़िफ़ भी जानेंगे और कोशिश करेंगे कि गांव के कुछ लोगों से भी इस केस से मुताल्लिक़ बात की जाए। अयूब से कुछ मज़ीद बात कर लेते हैं इस केस के हवाले से। अच्छा अयूब, ਇਹ ਦੱਸੋ ਕਿ ਤੁਸੀਂ ਪਿੰਡ ਦੇ ਚੌਧਰੀਆਂ ਨੂੰ ਦੱਸਿਆ, ਹੁਣ ਇਸ ਵਾਕਿਆ ਹੋਣ ਤੋਂ ਬਾਅਦ ਵੀ ਉਹਨਾਂ ਦੇ ਘਰ ਕੋਈ ਗਿਆ ਹੈ, ਉਹਨਾਂ ਨੂੰ ਸਮਝਾਇਆ ਕਿਸੇ ਨੇ ਜਾਂ ਕੋਈ ਸੁਲ੍ਹਾ ਦੀ ਕੋਸ਼ਿਸ਼ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਐਫਰਟ ਕੀਤੀ ਗਈ? ਨਹੀਂ ਸਰ, ਮੈਂ ਜਿਹੜੇ ਪਿੰਡ ਦੇ ਚੌਧਰੀ ਸਾਹਿਬ ਸੀ ਉਹਨਾਂ ਕੋਲ ਮੈਂ ਦੁਬਾਰਾ ਗਿਆ ਸਾਂ, ਅਤੇ ਉਹਨਾਂ ਨੇ ਵੀ ਇਹੋ ਗੱਲ ਕੀਤੀ ਕਿ ਇਹਨਾਂ ਨੇ ਬਹੁਤ ਜ਼ਿਆਦਤੀ ਕੀਤੀ ਔਰ ਸਾਨੂੰ ਦਿਲੀ ਅਫਸੋਸ ਆ, ਅਸੀਂ ਤੁਹਾਡੇ ਨਾਲ ਆ, ਅਸੀਂ ਜਿੱਥੋਂ ਸਿੱਧਾ ਸਾਡੀ ਲੋੜ ਆ, ਅਸੀਂ ਤੁਹਾਡੇ ਨਾਲ ਆ, ਇਹਨਾਂ ਨੇ ਜ਼ਿਆਦਤੀ ਕੀਤੀ। ਅੱਛਾ ਅਯੂਬ, ਉਹਨਾਂ ਦਾ ਨਾਲ ਹੋਣਾ ਤਾਂ ਇਹ ਹੈ ਨਾ ਕਿ ਉਹ ਜਿਹੜੀ ਸਜ਼ਾ ਬਣਦੀ ਹੈ, ਥਾਣੇ ਜਾਣ ਤੁਹਾਡੇ ਨਾਲ ਪੁਲਿਸ ਨੂੰ ਮਿਲਣ ਗਏ ਨੇ ਥਾਣੇ ਤੁਹਾਡੇ ਨਾਲ? ਹਾਂਜੀ ਸਰ, ਅਸੀਂ ਉਹਨਾਂ ਦੇ ਕੋਲ ਗਏ ਸਾਂ, ਲੇਕਿਨ ਥਾਣੇਦਾਰ ਸਾਹਿਬ ਜਿਹੜੇ ਸਾਡੇ ਤਫਤੀਸ਼ੀ ਨੇ ਨਾ, ਰਾਣਾ ਮਕਸੂਦ ਸਾਹਿਬ, ਉਹ ਸਰ ਬਹੁਤ ਸਾਡੇ ਨਾਲ ਵੈਸੇ ਜ਼ਿਆਦਤੀ ਕਰ ਗਏ ਅਤੇ ਉਹਨਾਂ ਦੇ ਨਾਲ ਅੱਲਾ ਨੇ ਜ਼ਿਆਦਤੀ ਕਰ ਦਿੱਤੀ ਆ। ਉਹ ਵੀ ਰਿਸ਼ਵਤ ਲੈਂਦੇ ਰੰਗੇ ਹੱਥੋਂ, ਐਂਟੀ ਕਰਪਸ਼ਨ ਵਾਲਿਆਂ ਨੇ ਫੜ ਲਿਆ ਜੀ ਉਹਨਾਂ ਨੂੰ ਔਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਆ।
ਇਹ ਜਿਹੜਾ ਰਾਣਾ ਮਕਸੂਦ ਸਾਹਿਬ ਸੀ ਜੀ, ਇਹ ਇਹਨਾਂ ਦੇ ਨਾਲ ਸਾਜ਼ਬਾਜ਼ ਸੀ। ਮੈਨੂੰ ਦਬਕੇ ਮਾਰਦਾ ਸੀ ਜੀ, ਮੈਂ ਮਦਈ ਸਾਂ, ਤੇ ਜਿਹੜੇ ਮੁਜਰਮ ਸੀ ਉਹ ਕੁਰਸੀਆਂ ਤੇ ਬਾਏ ਹੁੰਦੇ ਸੀ ਸਰ, ਤੇ ਮੈਂ ਮਦਈ ਸਾਂ, ਮੇਰੇ ਨਾਲ ਅੱਛੇ ਤਰੀਕੇ ਦੇ ਨਾਲ ਗੱਲ ਨਹੀਂ ਸੀ ਕੀਤੀ ਜਾਂਦੀ। अयूब का ये कहना है कि ये जब थाना जाते थे तो वहाँ पे जो तफ्तीशी राना मकसूद साहब थे उनका रवैया इंतहाई काबिल अफसोस था इनके साथ। मुदई होने के बावजूद इन्हें वहाँ थाने में ज़दोकोब भी किया जाता था, इन्हें डराया धमकाया भी जाता था और जानिबदारी का इल्ज़ाम भी मुदई की जानिब से लगाया जा रहा है, जो मुदई है उस पर, और जो इस जानिब और जानिबदारी का इल्ज़ाम जो है वो मुदई की जानिब से भी लगाया जा रहा है कि पुलिस जानिबदार थी कहीं ना कहीं किसी न किसी हवाले से। अब सूरत हाल क्या है? अब जो नए जो तफ्तीशी आए हैं वो तावन कर रहे हैं आपके साथ? हाँ जी, उन्होंने कल फ़ोन किया जी मैनू और बड़ा उन्होंने हौसला दिता वा। इस तो पहलों मैं फिर SHO साहब दे पेश होया सा। SHO साहब ने भी मैनू बड़ा हौसला दिता सी। उन्होंने कहा कि तेरे नाल ज़्यादती हुई आ और तेरे नाल असीं मैरिट करांगे, ਮੈਨੂੰ ਪਤਾ ਕਿ ਤੇਰੇ ਨਾਲ ਜ਼ਿਆਦਤੀ ਹੋਈ ਆ। ਇਹ SHO ਸਾਹਿਬ ਦੇ ਅਲਫਾਜ਼ ਸੀ ਜੀ। SHO ਸਾਹਿਬ ਦੇ ਅੱਗੇ ਸਾਡੀ ਫਿਰ ਗੁਜ਼ਾਰਿਸ਼ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੀ, ਤੇ ਇਹਨਾਂ ਦੀ ਜਿਹੜੀ ਸਜ਼ਾ ਬਣਦੀ ਇਹਨਾਂ ਨੂੰ ਦਿੱਤੀ ਜਾਵੇ। ਸੁਲਹ ਸਫਾਈ ਦੀ ਕੋਈ ਕੋਸ਼ਿਸ਼ ਕਰਵਾਈ ਕਿਸੇ ਨੇ ਤੁਹਾਡੇ 'ਚ? ਨਹੀਂ ਸਰ, ਅਜੇ ਤੇ ਸਾਡੇ ਬੰਦੇ ਜਿਹੜੇ ਨੇ ਵੇਖ ਲਓ ਦਰਦ ਦੇ ਨਾਲ ਰਾਤ ਨਾ ਸੌਂਦੇ ਨੇ ਨਾ ਦਿਨ ਸੌਂਦੇ ਨੇ ਸਰ, ਤੇ ਉਹ ਮੁੰਡਾ ਤੇ ਚੀਕਾਂ ਮਾਰਦਾ ਵਾ ਜੀ, ਇੰਨੀ ਦਰਦ ਹੁੰਦੀ ਆ, ਤੁਸੀਂ ਉਹਨੂੰ ਮਿਲ ਸਕਦੇ ਜੇ ਜਾ ਕੇ, ਤੇ ਅਜੇ ਤੇ ਸੁਲਹ ਤੇ ਸਰ ਨਹੀਂ ਨਾ ਬਣਦੀ ਹੈਗੀ। ना तो इनके पास कोई आया है इस सिलसिले में कि कोई सुलह की बात की जाए या फिर कोई ऐसी बात की जाए, और ये चाह भी नहीं रहे कि अभी इस तरह की कोई बात हो, क्योंकि अयूब का ये कहना है कि तकलीफ़ में हैं ये लोग जिन्हें गोलियां लगी हैं, ख़ास तौर पे जो ज़ख्मी हैं वो, और ऐसी हालत में इस तरह की बात की भी नहीं जा सकती। तो पुलिस का मौक़िफ़ जानते हैं, बाकी लोगों से बात करने की कोशिश करते हैं। आइए आगे बढ़ते हैं। एक और ज़ख्मी है इस वाक़े में और उनसे बात करते हैं। दिन दिहाड़े गोलियां चल गई, जान से तो नहीं गए, लेकिन सूरत हाल कुछ ऐसी बन गई है इनकी कि ज़िंदगी भी इनकी अजीरन हुई है, और इनसे बात करने की कोशिश करते हैं। की ना है जी अपना? महमूद मसीह सर। महमूद साहब ਇਹ ਦੱਸੋ कि किस तरह वाक़या पेश आया है? ਸਰ ਜਦੋਂ ਇਹ ਬੱਕਰਾ ਬੰਨਣ ਲੱਗੇ ਨੇ ਸਾਡੇ ਬੂਹੇ ਅੱਗੇ, ਜਿਹੜਾ ਇਹਨਾਂ ਦਾ ਬੇਟਾ ਸਮੀਉੱਲਾ ਬੱਕਰਾ ਬੰਨਣ ਆਇਆ ਵਾ, ਉਦੋਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ, ਤੂੰ ਇੱਦਾਂ ਕਰੋ, ਤੁਸੀਂ ਇਹ ਬੱਕਰਾ ਆਪਣੇ ਦਰਵਾਜ਼ੇ ਅੱਗੇ ਆਪਣੇ ਬੂਹੇ ਅੱਗੇ ਬੰਨੋ। ਉਹ ਫਿਲਹਾਲ ਚਲਾ ਗਿਆ। ਜਿਵੇਂ ਉਹ ਆਪਣੇ ਬੂਹੇ ਅੱਗੇ ਗਿਆ ਵਾ, ਮੈਂ ਅਜੇ ਵਾਪਸ ਪਰਤੀ ਰਿਹਾ ਵਾਂ, ਅਤੇ ਉਹਨਾਂ ਦੇ ਘਰ 'ਚੋਂ 5-7 ਬੰਦੇ ਨਿਕਲੇ ਨੇ, ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਜੀ। ਲਿਹਾਜ਼ਾ ਨਾ ਕਰਦਿਆਂ ਉਹਨਾਂ ਪਹਿਲੇ ਮੇਰੇ ਲੱਤਾਂ 'ਚ ਫਾਇਰਿੰਗ ਕੀਤੀ ਹੈ। 3 ਫਾਇਰ ਮੇਰੇ ਲੱਤਾਂ 'ਚ ਮਾਰੇ ਨੇ, ਜਿਹਦੇ ਵਿੱਚ 12 ਬੋਰ ਰਿਪੀਟਰ ਦੇ ਪੱਕੇ ਫਾਇਰ ਸਨ। ਉਹ ਜਿਵੇਂ ਲੱਗੇ ਨੇ ਅਤੇ ਮੇਰਾ ਸ਼ਦੀਦ ਖੂਨ ਵਗਣਾ ਮੇਰੇ ਲੱਤ ਦੇ ਵਿੱਚੋਂ ਸ਼ੁਰੂ ਹੋ ਗਿਆ। ਜਿਵੇਂ ਦੂਸਰਾ ਤੀਸਰਾ ਫਾਇਰ ਲੱਗਦਾ ਵਾ ਅਤੇ ਮੈਂ ਬੇਹੋਸ਼ ਹੋ ਜਾਂਦਾ ਸਰ। ਇਹਨਾਂ ਨੇ ਸਰ, ਅਸੀਂ ਤਾਂ ਨਹੀਂ ਚਾਹੁੰਦੇ ਵੀ ਇਹ ਝਗੜਾ ਹੋਵੇ, ਪਰ ਇਹਨਾਂ ਦਾ ਪੱਕਾ ਇਰਾਦਾ ਸੀ ਝਗੜਾ ਕਰਨ ਦਾ। ਪਹਿਲੇ ਵੀ ਇਹ ਸਿਲਸਿਲੇ ਚੱਲ ਚੁੱਕੇ ਸੀ ਵੀ ਸਾਡੇ ਝਗੜੇ ਹੋ ਚੁੱਕੇ ਸੀ ਇਹਨਾਂ ਨਾਲ ਛੋਟੇ ਮੋਟੇ। ਉਦੋਂ ਵੀ ਇਹਨਾਂ ਨੇ ਫਾਇਰਿੰਗ ਸ਼ਾਇਰਿੰਗ ਸਾਡੇ 'ਤੇ ਕੀਤੀ ਸੀ। ਉਹਦੇ ਦੌਰਾਨ ਸਾਡੀ ਇਹਨਾਂ ਨਾਲ ਸੁਲ੍ਹਾ ਵੀ ਹੋ ਚੁੱਕੀ ਸੀ ਪਹਿਲੇ। ਉਹਦੀਆਂ ਤਾਰੀਖਾਂ ਵੀ ਅਸੀਂ ਭੁਗਤਦੇ ਰਹੇ ਹਾਂ ਨਾਲ ਇਹਨਾਂ ਦੇ। ਅਤੇ ਉਹਦੇ ਵਿੱਚ ਵੀ ਸਰ ਸਾਨੂੰ ਪੁਲਿਸ ਜਿਹੜੀ ਆ ਉਦੋਂ ਵੀ ਸਾਡੀ ਇੰਨੀ ਕੀ ਸੁਣਵਾਈ ਕਰਦੀ ਸੀ ਵੀ ਜਾਨੇ ਹੱਥ ਸਾਨੂੰ ਦਬਕੇ ਮਾਰਦੇ ਸਨ, ਅਤੇ ਇਹਨਾਂ ਨੂੰ ਨਾਲ ਮਤਲਬ ਵੀ ਅੱਛੀ ਰੈਪੂਟੇਸ਼ਨ ਕਰਦੇ ਹਨ ਉਹ। ਅੱਛਾ, ਇਹ ਦੱਸੋ ਕਿ ਕੋਈ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ ਇਹਨਾਂ ਨੂੰ? ਸਿਆਸੀ ਸਰ ਇੱਦਾਂ ਹੀ ਆ, ਇਹਨਾਂ ਨੂੰ ਹਰ ਬੰਦੇ ਦੀ ਪਨਾਹ ਵਾ। ਤਗੜੇ ਬੰਦੇ ਨੇ ਸਰ, ਅਤੇ ਉਹ ਅਸਲਾ ਨਜਾਇਜ਼ ਕੋਲ ਰੱਖਿਆ ਵਾ। ਦੁੱਧ ਸ਼ੁੱਧ ਵੇਚਦੇ ਨੇ, ਇੱਦਾਂ ਹੀ ਆ। ਤਗੜਿਆਂ ਬੰਦਿਆਂ ਕੋਲ ਦੁੱਧ ਖਰੀਦਦੇ ਨੇ ਅਤੇ ਵੇਚਦੇ ਨੇ। ਹਰ ਬੰਦੇ ਦੀ ਇਹਨਾਂ ਨੂੰ ਇਸੇ ਤਰ੍ਹਾਂ ਜ਼ਿਮੀਂਦਾਰਾਂ ਦੀਆਂ ਦੂਜੀਆਂ ਤੀਜੀਆਂ ਦੀ ਸਰ ਜੀ ਇਹਨਾਂ ਨੂੰ ਮਤਲਬ ਵੀ ਹੈਲਪ ਆ। ਅੱਛਾ, ਪਹਿਲੇ ਜਿਹੜੀ ਤੁਹਾਡੀ
ਇਹ ਤੁਸੀਂ ਦੱਸ ਰਹੇ ਹੋ ਕਿ ਪਹਿਲੇ ਵੀ ਲੜਾਈ ਹੋਈ ਇਹਨਾਂ ਦੇ ਨਾਲ, ਉਸ ਲੜਾਈ ਤੋਂ ਬਾਅਦ ਸੁਲ੍ਹਾ ਹੋ ਗਈ, ਫਿਰ ਕਿਸ ਤਰ੍ਹਾਂ ਹਾਲਾਤ ਰਹੇ ਤੁਹਾਡੇ ਉਹਨਾਂ ਦੇ ਨਾਲ? ਲੜਾਈ ਹੋਈ ਕਿਉਂ ਸੀ ਉਹ? ਸਰ ਉਦੋਂ ਇਹਨਾਂ ਨੇ ਸਾਡੇ ਇੱਕ ਮੁੰਡੇ ਨੂੰ ਮਾਰਿਆ ਸੀ, ਬੱਚੇ ਨੂੰ, ਇਸੇ ਤਰ੍ਹਾਂ ਹੀ ਉਸ ਬੱਚੇ ਨੂੰ ਲੈ ਕੇ ਸਾਡਾ ਇਹਨਾਂ ਨਾਲ ਝਗੜਾ ਲੱਗਦਾ ਰਿਹਾ ਵਾ। ਅਤੇ ਉਸ ਬੱਚੇ ਨੇ ਜਿਵੇਂ ਇਹਨਾਂ ਨੇ ਉਹਨੂੰ ਮਾਰਿਆ ਵਾ, ਵਿੱਚ ਕੁਝ ਹਾਲਾਤ ਸਾਡੇ ਇਸ ਤਰ੍ਹਾਂ ਹਨ ਵੀ ਠੀਕ ਸਨ, ਕੁਝ ਜਿਹੜੇ ਹਨ ਖਰਾਬ ਸਨ। ਜਿਵੇਂ ਲਾ ਲਓ ਵੀ ਕੁਝ ਜੀਆਂ ਨਾਲ ਚੰਗੇ ਸਲੂਕ ਸਨ ਇਹਨਾਂ ਦੇ, ਕੁਝ ਨਾਲ ਮਾੜੇ ਸਨ, ਯਾਨੀ ਕਿ ਇਸਲਾਮ ਦੁਆ ਤੁਰਦਿਆਂ ਫਿਰਦਿਆਂ ਮਾੜੀ ਮੋਟੀ ਰੱਖਦੇ ਸਨ। ਬਾਕੀ ਦਿਲ 'ਚ ਇਹਨਾਂ ਦੇ ਬੁਗਜ਼ ਹੀ ਰਹਿੰਦਾ ਸੀ ਵੀ ਯਾਨੀ ਕਿ ਸ਼ਦੀਦ ਇਹੋ ਹੀ ਹੰਕਾਰ। ਉਸ ਬੱਚੇ ਨੂੰ ਸਾਰੇ ਇਹਨਾਂ ਨੇ ਜਿਵੇਂ ਮਾਰਿਆ ਨਾ, ਬਹੁਤ ਸ਼ਦੀਦ ਇਹਨਾਂ ਨੇ ਉਹਨੂੰ ਫੜ ਕੇ, ਅਸੀਂ ਘਰ 'ਚ ਨਹੀਂ ਸਹਿ, ਉਹ ਬੱਚਾ ਇਕੱਲਾ ਸੀ, ਅਸੀਂ ਆਪਣੇ ਕੰਮਾਂ 'ਤੇ ਗਏ ਹਾਂ ਮਜ਼ਦੂਰੀਆਂ 'ਤੇ, ਇਹਨੂੰ ਉਹਨਾਂ ਬਹੁਤ ਮਾਰਿਆ ਉਹਨੂੰ ਉਹਨਾਂ ਨੇ। ਅਸੀਂ ਜਿਵੇਂ ਘਰ ਆਏ ਸਾਡੇ ਅੱਗੇ ਰੋਇਆ ਕਰ ਲਾਇਆ। ਫਿਰ ਵੀ ਮੈਂ ਆਪਣੇ ਭਾਈ ਨੂੰ ਆਨਾ ਵੀ ਹਾਂ ਲੜਨਾ ਨਹੀਂ ਬੱਚੇ ਤੋਂ, ਆਹ ਨਹੀਂ ਝਗੜਨਾ, ਬਸ ਠੀਕ ਹੈ। ਇਹਨਾਂ ਨੇ ਠੀਕ ਹੈ ਚੱਲ ਬੱਚਾ ਵਾ ਕੋਈ ਗੱਲ ਨਹੀਂ। ਬਾਕੀ ਇਹਨਾਂ ਇਜਾਜ਼ਤ ਕੀਤੀ, ਉਹ ਸਾਡੀ ਚੌਧਰੀ ਪਰਵੇਜ਼ ਨੇ ਸਾਡੀ ਉਹਦੇ ਵਿੱਚ ਸੁਲ੍ਹਾ ਕਰਵਾਈ ਸੀ, ਅਤੇ ਇਹਨੂੰ ਉਹਨਾਂ ਨੇ ਸਮਝਾਇਆ ਵੀ ਇਹ ਬਾਕੀ ਮਜ਼ੀਦ ਉਹਨਾਂ ਨੇ ਹੁਣ ਵੀ ਇਹ ਜਦੋਂ ਦੱਸਦੇ ਨੇ ਵੀ ਆਹ ਝਗੜਾ ਹੋਇਆ ਵਾ, ਇਹ ਗਿਆ ਵਾ, ਉਹਨਾਂ ਨੇ ਇਹਨਾਂ ਨੂੰ ਝੁੜਕਿਆ ਵਾ, ਤੈਨੂੰ ਅਸਾਂ ਅੱਗੇ ਸਮਝਾਇਆ ਸੀ, ਤੂੰ ਫਿਰ ਇਜਾਜ਼ਤ ਕੀਤੀ। ਉਦੋਂ ਵੀ ਸਾਰੇ ਨਾਲ ਫਾਇਰਿੰਗ ਕੀਤੀ ਸੀ ਪਹਿਲੇ ਵੀ, ਅਤੇ ਉਹ ਰਾਈਫਲ ਵਗੈਰਾ ਵੀ ਇਹਨਾਂ ਦੇ ਕੋਲ ਸੀ ਨਜਾਇਜ਼, ਉਹ ਪੁਲਿਸ ਨੇ ਉਦੋਂ ਵੀ ਜਮ੍ਹਾਂ ਨਹੀਂ ਕੀਤੀ ਹੈਗੀ ਇਹਨਾਂ ਕੋਲ ਲੈ ਕੇ, ਠੀਕ ਹੈ। ਉਹਦੇ ਵਿੱਚ ਇਹ ਸੀ ਵੀ ਉਦੋਂ ਵੀ ਸਾਨੂੰ ਪੁਲਿਸ ਜਿਹੜੀ ਆ ਸਾਨੂੰ ਹੀ ਦਬਕੇ ਮਾਰਦੀ ਸੀ। ਅੱਛਾ, ਇਹ ਦੱਸੋ ਕਿ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਤੁਹਾਨੂੰ ਹੀ ਦਬਕੇ ਮਾਰਦੀ, ਜਦੋਂ ਇਹ ਫਾਇਰਿੰਗ ਹੋ ਰਹੀ ਸੀ ਤੁਸੀਂ ਸ਼ੋਰ ਮਚਾਇਆ, ਰੌਲਾ ਪਾਇਆ ਤੁਸੀਂ ਕਿ ਅੰਦਰ ਰਹੋ, ਨਿਕਲੋ ਨਾ ਬਾਹਰ? ਕਿਉਂਕਿ ਭਾਈ ਤੁਹਾਡੇ ਦੱਸ ਰਹੇ ਨੇ ਅਯੂਬ ਕਿ ਜਿਸ ਟਾਈਮ ਫਾਇਰਿੰਗ ਹੋ ਰਹੀ, ਜਿਹੜਾ ਬੰਦਾ ਨਿਕਲਦਾ ਜਾ ਰਿਹਾ ਉਹਦੇ ਨਾਲ ਉਹਨੂੰ ਹੀ ਫਾਇਰ ਮਾਰਦੇ ਜਾ ਰਹੇ ਨੇ, ਠੀਕ ਹੈ। ਹਾਂਜੀ, ਤੁਸੀਂ ਸ਼ੋਰ ਪਾਇਆ ਕਿ ਭਾਈ ਅੰਦਰ ਰਹੋ, ਬਾਹਰ ਫਾਇਰਿੰਗ ਹੋ ਰਹੀ ਹੈ? ਸਰ ਇਹਨਾਂ ਤੇ ਮੌਕਾ ਹੀ ਨਹੀਂ ਦਿੱਤਾ ਹੈ ਫਾਇਰ ਮਤਲਬ ਸ਼ੋਰ ਪਾਉਣ ਦਾ। ਜਿਵੇਂ ਬੱਕਰੇ ਦਾ ਕਿਹਾ ਇਹਨਾਂ ਨੂੰ ਵੀ ਬੱਕਰਾ ਨਾ ਬੰਨੋ, ਝਗੜਾ ਹੋਏਗਾ, ਤੁਸੀਂ ਅਸੀਂ ਨਹੀਂ ਝਗੜਾ ਨਹੀਂ ਕਰਨਾ ਚਾਹੁੰਦੇ। ਉਹ ਮੁੰਡਾ ਚਲਾ ਗਿਆ ਵਾ, ਜਿਵੇਂ ਹੀ ਅੰਦਰੋਂ ਇਹ ਭਾਈ ਮੇਰੇ ਗੱਲ ਸੁਣ ਕੇ ਨਿਕਲੇ ਵੀ ਬੱਕਰਾ ਬੰਨਣ ਡੇ ਨੇ, ਜਿਹੜੇ ਉਸ ਦੌਰਾਨ ਬਾਹਰ ਨਿਕਲੇ ਨੇ ਉਹਨਾਂ ਨੂੰ ਫਾਇਰਿੰਗ ਲੱਗੇ ਨੇ, ਬਾਕੀ ਅੰਦਰ ਸਨ। ਅਤੇ ਉਹ ਜਿਵੇਂ ਬਾਹਰ ਨਿਕਲੇ ਨੇ ਬੱਕਰਾ ਬੰਨਣ ਦੇ ਨਾਂ ਤੋਂ ਉਹਨਾਂ ਫਾਇਰਿੰਗ ਸ਼ੁਰੂ ਕੀਤੀ ਹੈ। ਭਾਈ ਹੋਰੀ ਵੀ ਇੱਦਾਂ ਬਾਹਰ ਸੁਣ ਕੇ ਨਿਕਲੇ ਨੇ ਵੀ ਬੱਕਰਾ ਤੇ ਝਗੜਾ ਸ਼ੁਰੂ ਹੋਣ ਲੱਗਾ ਵਾ, ਅਤੇ ਝਗੜਾ ਨਾ ਹੋਵੇ। ਇਹ ਵੀ ਖਾਲੀ ਹੱਥ ਨੇ, ਇਹ ਵੀ ਖਾਲੀ, ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। ਅਤੇ ਇਸੇ ਤਰ੍ਹਾਂ ਦੌਰਾਨ ਸਰ ਇਹ ਇੱਕ ਹਿਸਾਬ ਦੇ ਜਾਨੋਂ ਹੀ ਉਹਨਾਂ ਮਾਰੇ ਨੇ ਬੰਦੇ ਦੋ। ਮੇਰੀ ਲੱਤ 'ਚ ਫਾਇਰ ਮਾਰੇ, ਇੱਥੋਂ ਤੋੜ ਮੇਰੀ ਪੱਟ ਦੇ ਉੱਤੇ ਤੱਕ ਲੱਤ ਛਾਨਣੀ ਹੋਈ ਹੈ। ਇਹ ਪੱਠਾ ਮੇਰਾ ਜਿਹੜਾ ਵਾ ਲੱਤ ਦਾ ਡੈਮੇਜ ਹੋਇਆ ਵਾ, ਮੇਰੇ ਪਾਉਂ ਜਿਹੜਾ ਵਾ ਉਹ ਹਰਕਤ ਨਹੀਂ ਕਰਦਾ, ਜਿਹੜਾ ਵਾ ਪੱਠੇ ਦੀ ਵਜ੍ਹਾ ਤੋਂ ਉਂਗਲਾਂ ਹਰਕਤ ਨਹੀਂ ਇੰਝ ਕਰਦੀਆਂ ਹੈਗੀਆਂ, ਸਿਰਫ ਮੇਰੀ ਹੱਡੀ ਕੰਮ ਕਰਦੀ ਆ ਪਈ, ਹੱਡੀ ਬਚੀ ਆ ਜਾਂ ਖੁਦਾ ਰੱਖ ਗਿਆ ਕੋਈ ਹੱਡੀ ਦਾ ਮਸਲਾ। ਅੱਛਾ, ਇਹ ਦੱਸੋ ਹੁਣ ਤੁਸੀਂ ਕੀ ਚਾਹੁੰਦੇ ਹੋ? ਪੁਲਿਸ ਕੀ ਕਰੇ, ਗ੍ਰਿਫਤਾਰ ਕਰੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਕੀ ਕੀਤਾ ਜਾਵੇ? ਜੀ ਸਰ, ਅਸੀਂ ਇਨਸਾਫ ਚਾਹੁੰਦੇ ਹਾਂ, ਉਹਨਾਂ ਨੂੰ ਸਜ਼ਾ ਦਿੱਤੀ ਜਾਏ ਤਾਂ कि होर किसी जो हादसा ना साढ़े ना किया किसी होर दे नाल ना होवे। ये गुफ्तगू आपने महमूद की सुनी। महमूद का ये कहना है कि ये सबसे पहला बंदा था जो घर से बाहर निकला है। बकरा बांधने पे लड़ाई हुई, इन्होंने मना किया और फिर मना करने के बाद कहते हैं कि मुझे समझ ही नहीं आया कि बंदा घर से गया है और गन उठा के ले आया और फिर फायरिंग शुरू हो गई। उसके बाद कुछ होश नहीं थी, कुछ समझ नहीं थी कि हो क्या रहा है। इनको ख़ुद फायर लगे, गोलियां लगी इनको और फिर ये बेहोश थे। बाकी बात जो है वो अयूब ने हमें बताई है। ये भी महमूद ने एक बड़ी इंपॉर्टेंट बात बताई है कि पहले जो मुलजिम पार्टी है, पहले भी उनके साथ एक झगड़ा हो चुका है और उस झगड़े में गांव के बड़ों ने सुलह करवाई और फिर कुछ हालात नॉर्मल रहे, लेकिन उसके बाद फिर छोटे छोटे वाक़यात होते रहे जिनका शाखसाना जो है बिलाखिर ये इस तरह का एक बड़ा वाक़या जो है वो निकला। तो अभी कुछ और ज़ख्मी भी हैं। महमूद की और अयूब की वालदा से हम बात करेंगे। ख़वातीन घर में थीं, चूँकि ये फायरिंग हो रही थी, बच्चे बाहर निकल रहे थे। अयूब ने यह भी बताया कि एक उनका 9 साल का कमसिन बेटा है, उसको भी गोलियां लगी हैं। तो इनकी वालदा से हम बात करेंगे, उनसे ये जानेंगे कि जब फायरिंग हो रही थी तो ये बच्चों को रोक नहीं रही थी। माएँ तो ज़ाहिर सी बात है, माँ तो माँ होती है और उनका दिल तो बड़ा नाजुक होता है और वो तो गर्म हवा की तरफ बच्चों को नहीं जाने देती। तो वालदा से पूछते हैं कि उस वक्त उनकी क्या सिचुएशन थी और अब वो क्या सोचती हैं जब अपने बच्चों को इस हाल में देखती हैं।
वालदा से हम बात करते हैं, उनसे पूछते हैं कि क्या वाक़या पेश आया। पहले जब धमकियां मिल रही थी, बच्चों ने जिक्र किया, ਜਦੋਂ ਬੱਚਿਆਂ ਨੂੰ ਪਹਿਲੇ ਧਮਕੀਆਂ ਦੇ ਰਹੇ ਸਨ, ਤੁਹਾਨੂੰ ਦੱਸਿਆ ਹੈ ਬੱਚਿਆਂ ਨੇ ਆ ਕੇ? ਹਾਂਜੀ, ਇਹਨਾਂ ਸੁਨਾਹ ਘੱਲਿਆ ਹੈ ਕਿ ਅਸੀਂ ਜ਼ਰੂਰ ਮਾਰਨਾ ਇਹਨਾਂ ਨੂੰ, ਅਸੀਂ ਘੱਟ ਨਹੀਂ ਕਰਨੀ, ਆਪਣਾ ਇੰਤਜ਼ਾਮ ਕਰ ਲਓ। ਜਨਾਬ ਅਸੀਂ ਇੰਤਜ਼ਾਮ ਕੀਤਾ ਹੀ ਕੋਈ ਨਹੀਂਗਾ, ਸਾਨੂੰ ਪਤਾ ਸੀ ਕਿ ਇਹਨੇ ਕਿਹੜੀ ਸਾਡੇ ਤੇ ਗੋਲੀ ਚਲਾ ਦੇਣੀ ਆ। ਇਹਨੇ ਕਿਤੇ ਬਾਹਰੋਂ ਬੰਦੇ ਮੰਗਾਏ ਆ, ਇਹਨੇ ਘਰ ਬਾਹਰ ਲਏ ਸੀ। ਇਹ ਜਿਵੇਂ ਜਿਵੇਂ ਵਾਰੀ ਨਿਕਲਦੇ ਰਹੇ ਆ, ਮੈਂ ਦਰਵਾਜ਼ੇ ਦੇ ਉਹਲੇ ਖਲੋ ਕੇ ਵੇਖਦੀ ਰਹੀ ਹਾਂ, ਬੂਹਾ ਢੋ ਕੇ। ਜਿਹੜਾ ਡਿੱਗਦਾ ਰਿਹਾ ਵਾ, ਨੱਸਦਾ ਰਿਹਾ, ਉਹ ਡਿੱਗ ਪੈਂਦਾ ਰਿਹਾ। ਇਹ ਨਹਾਉਣ ਲੱਗਾ ਆ, ਬਨੈਣ ਗਾਲਿਆ, ਕਮੀਜ਼ ਲਾਈ ਆ ਤੇ ਬਨੈਣ ਗਾਲਿਆ। ਇਹਨੇ ਖੜਾਕ ਸੁਣਿਆ, ਪਹਿਲਾਂ ਉਹਨਾਂ ਸਾਰਿਆਂ ਨੂੰ ਮਹਿਮੂਦ ਨੂੰ ਮਾਰਿਆ ਵਾ, ਸਾਰਿਆਂ ਤੋਂ ਪਹਿਲੇ ਜਦੋਂ ਇਹਨੇ ਡੱਕਿਆ ਕਿ ਬੱਕਰਾ ਨਾ ਬੰਨੋ। ਉਹਨਾਂ ਮਹਿਮੂਦ ਨੂੰ ਡੇਗ ਦਿੱਤਾ, ਸਾਨੂੰ ਪਤਾ ਹੀ ਨਹੀਂ ਜਨਾਬ, ਸਾਨੂੰ ਪਤਾ ਨਹੀਂ ਕਿ ਡਿੱਗ ਪਿਆ ਏ। ਜਦੋਂ ਆਹ ਡਿੱਗਾ ਮੈਂ ਚੀਤਾ ਥਾਣੀ ਵੇਖਣ ਡਈ, ਖੜਾਕ ਸੁਣ ਕੇ ਗੋਲੀਆਂ ਦਾ 44 ਦੀਆਂ ਜਦੋਂ ਖੜਾਕ ਹੁੰਦੇ ਆ ਕੰਨਾਂ 'ਚ ਵੜਦੀਆਂ ਨੇ, ਉਹ ਮੈਂ ਵੇਖਣ ਡਈ ਆ ਭੱਜ ਕੇ ਚੀਤ ਥਾਣੀ। ਤੇ ਮੇਰਾ ਬੇਟਾ ਕਹਿੰਦਾ ਤੂੰ ਨਾ ਨਿਕਲੀ, ਤੂੰ ਨਾ ਨਿਕਲੀ, ਜੇ ਨਿਕਲ ਜਾਂਦੀ ਅਗਰ ਮੈਨੂੰ ਵੀ ਵੱਜ ਜਾਣੀਆਂ ਸੀ। ਇਹ ਬੇਟਾ ਮੇਰਾ ਭੱਜ ਕੇ ਨਿਕਲਿਆ ਤੇ ਇਹਦਾ ਬੱਚਾ ਬਾਹਰ ਨਿਕਲਿਆ, ਉਹਨੂੰ ਵੀ ਵੱਜ ਗਈਆਂ। ਇਹਦਾ ਭਾਣਜਾ ਖਲੋਤਾ ਬਾਹਰ ਆਣ ਕੇ ਕਿ ਮਾਮੂ ਗੋਲੀਆਂ ਚੱਲਣ ਡੀਆਂ, ਉਹਨਾਂ ਉਹਨੂੰ ਵੀ ਮਾਰ ਦਿੱਤੀਆਂ, ਜਿਹੜਾ ਉੱਧਰ ਆ ਜਿਹਦੇ ਵਾਸਤੇ ਹੁਣ ਜਾਣਾ ਆ, ਉਹ ਤੁਸੀਂ ਵੇਖ ਲੈਣਾ ਆ। ਜਨਾਬ ਇਹਨਾਂ ਸਾਨੂੰ ਮੌਕਾ ਹੀ ਨਹੀਂ ਦਿੱਤਾ ਬਾਹਰ ਨਿਕਲਦਾ, ਜਿਹੜਾ ਨਿਕਲਦਾ ਰਿਹਾ ਉਹਨੂੰ ਹੀ ਡੇਗ ਦਿੱਤਾ, ਜਿਹੜਾ ਨਿਕਲਿਆ ਉਹਨੂੰ ਡੇਗ ਦਿੱਤਾ। ਅੱਛਾ, ਜਦੋਂ ਮਾਂ ਜੀ ਧਮਕੀਆਂ ਮਿਲ ਰਹੀਆਂ ਸਨ, ਤੁਸੀਂ ਬੱਚਿਆਂ ਨੂੰ ਕਿਹਾ ਦਫਾ ਕਰੋ, ਬੰਨਣ ਦਿਓ ਬੱਕਰਾ, ਛੱਡੋ ਪਰੇ, ਕੀ ਲੜਾਈ ਦੇ ਵਿੱਚ ਪੈਣਾ ਹੈ, ਕੀ ਫਾਇਦਾ ਹੈ ਇਹਨਾਂ ਲੜਾਈਆਂ ਦਾ? ਤੁਸੀਂ ਇਹਨਾਂ ਨੂੰ ਸਮਝਾਇਆ ਬੱਚਿਆਂ ਨੂੰ? ਹਾਂਜੀ ਅਸੀਂ ਸਮਝਾਇਆ ਹੈ। ਤੇ ਬੱਕਰਾ ਜੀ ਕਲਾਸ ਕਰਕੇ ਚੌਂਕ ਤੇ ਇਸ ਦਰਵਾਜ਼ੇ ਮੋਰੇ ਬੰਦੇ ਰਿਹਾ, ਜਿਹੜਾ ਮਕਾਨ ਮੇਰੇ ਘਰ ਆ ਪਰਲਾ, ਇਹ ਆਪਣਾ ਬਾਜ਼ਾਰ ਛੱਡ ਕੇ ਤਿੰਨੇ ਚਾਰੇ ਘਰ ਤੇ ਕਲਾਸ ਕਰਕੇ ਬਾਜ਼ਾਰ ਗੁਆਂਢੀਆਂ ਦੇ ਬੂਹੇ ਅੱਗੇ ਬੱਕਰਾ ਬੰਨਦੇ ਰਹੇ। ਉਹ ਵੀ ਮੁਸਲਮਾਨ ਆ ਤੇ ਉਹਨਾਂ ਨੇ ਬਣਾਇਆ ਤੇ ਇਹਨਾਂ ਬੰਨਿਆ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਨਾ ਬਣਾਓ, ਉਹਨਾਂ ਨੇ ਕਿਹਾ ਸੀ ਨਹੀਂ ਇਹਨਾਂ ਨੂੰ ਡੱਕ ਸਕਦੇ। ਇਹ ਜਦੋਂ ਇਹਨਾਂ ਨੇ ਨੇਲਾ ਬੰਨਣ ਗਏ ਆ, ਉਹਨਾਂ ਪਹਿਲੋਂ ਇਹਨੂੰ ਗੋਲੀਆਂ ਮਾਰੀਆਂ ਨੇ, ਡੱਕਿਆ ਤੇ ਇਹ ਖੜਾਕ ਸੁਣ ਕੇ ਵੀ ਭੱਜੇ ਆ, ਅਸੀਂ ਵੀ ਭੱਜੇ ਆ। ਇਹਨਾਂ ਨੇ ਉਹ ਜਿਹੜਾ ਨਿਕਲਦਾ ਰਿਹਾ ਉਹ ਡਿੱਗ ਪੈਂਦਾ ਰਿਹਾ, ਜਿਹੜਾ ਨਿਕਲਦਾ ਉਹ ਜਿਹੜਾ ਗੁਆਂਢੀ ਮੁੰਡਾ ਵਾ ਪੰਜਵਾਂ, ਉਹ ਤੇ ਰਕਸ਼ਾ ਧੋਣ ਡਿਆ ਵਿਚਾਰਾ, ਆਪਣੇ ਘਰ ਬੂਹਾ ਢੋਣ ਲੱਗਾ ਡਰਦਾ ਹੀ, ਤੇ ਉਹਨੂੰ ਵੀ ਨਾਲ ਫੈਰ ਵੱਜ ਗਏ, ਸਿੱਧੇ ਸਕੂਲ 'ਚ ਫੈਰ ਵੱਜੇ ਆ, ਮਾਂ ਬਾਰਗਾਹ ਦੇ ਅੱਗੋਂ ਦੀ। ਹੁਣ ਤੁਸੀਂ ਕੀ ਚਾਹੁੰਦੇ ਹੋ ਪੁਲਿਸ ਕੀ ਕਰੇ? ਹੁਣ ਫੜੇ ਉਹਨਾਂ ਲੋਕਾਂ ਨੂੰ ਸਜ਼ਾ ਦੇਵੇ, ਕੀ ਕੀਤਾ ਬੇਟਾ ਜਾਵੇ? ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਉਹਨਾਂ ਦੇ ਗੁਨਾਹ ਦੀ। ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ, ਸਾਡਾ ਅੱਲਾ ਜਾਣਦਾ ਹੈ। ਅਸੀਂ ਤੇ ਇਹਨਾਂ ਨੂੰ ਫਿੱਟੇ ਮੂੰਹ ਵੀ ਨਹੀਂ ਕਿਹਾ ਸੀ, ਫਿਰ ਵੀ ਚੋਰੀ ਛੱਪੀ ਅਸੀਂ ਇਹਨਾਂ ਦੀ ਦੁਕਾਨ ਤੋਂ ਸੌਦਾ ਮੰਗਾਉਣਾ ਬੱਚਿਆਂ ਕੋਲੋਂ, ਆਖਣਾ ਨਹੀਂ ਲੜਨਾ, ਚੱਲ ਕੋਈ ਗੱਲ ਨਹੀਂ। ਇਹਨਾਂ ਨੇ ਨਾ ਇਸ ਗੱਲ ਵੱਲ ਆਇਆ ਹੀ ਨਹੀਂ। ਉਹਨੇ ਆਖਿਆ ਮੈਂ ਲੜਨਾ ਹੀ ਲੜਨਾ ਵਾ। ਮੈਂ ਤਾਂ ਕਹਿੰਦਾ ਸਾਂ ਬੱਚੇ ਨਾ ਰੁਲਣ, ਇਹਨੇ ਗੁਲਾਮੁੱਲਾ ਨੇ ਕਿਹਾ ਹੈ ਕਿ ਬੱਚੇ ਨਾ ਰੁਲਣ। ਮੇਰੇ ਕੰਨਾਂ ਦੇ ਸੁਣਨ ਦੀ ਗੱਲ ਆ ਕਿ ਇਹ ਰੁਲਣੇ ਹੀ ਰੁਲਣੇ ਆ। ਅਸੀਂ ਆਖਿਆ ਅਸੀਂ ਨਹੀਂ ਲੜਨਾ। ਮੈਂ ਆਖਿਆ ਜਾ ਗੁਲਾਮੁੱਲਾ ਤੁਰ ਜਾ, ਅਸਾਂ ਨਹੀਂ ਲੜਨਾ। ਅਯੂਬ ਆਉਂਦਾ ਏ ਤੇ ਇਸ ਮੇਰੇ ਮੁੰਡਾ ਸੀ ਮੇਰਾ ਪੋਤਰਾ ਜਿਹਨੂੰ ਇਹ ਮਾਰਦੇ ਸੀ, ਉਹਨੂੰ ਹੀ ਇਹ ਛੇੜਦੇ ਸੀ, ਉਸੇ ਮੇਰੇ ਪੋਤਰੇ ਨੂੰ। ਉਹ ਵੀ ਇਸ ਮੁੰਡੇ ਵਰਗੂ ਆ, ਅਸੀਂ ਡਰਦੇ ਹਾਂ ਉਹਨੂੰ ਵੀ ਲੁਕਾਇਆ ਜੇ। वालदा की गुफ्तगू अयूब और महमूद की आपने सुनी। इनका ये कहना है कि ये बच्चों को जब धमकियां दी गई तो मालूम था हमें, लेकिन हमें इस बात का अंदाज़ा नहीं था कि ये लोग इस हद तक चले जाएंगे। इसके बावजूद भी मैं अपने बच्चों को समझाती थी कि जाने दें, दफ़ा करें, छोड़ें, कोशिश करें कि सुलह हो जाए, मामलात जो हैं वो अच्छे तरीके से चलते रहें। पड़ोस है हमारा, पड़ोसियों को बदला नहीं जा सकता और इनसे अच्छे तरीके से अपने रवाबित बढ़ा के अपने मामलात को आगे चलाया जाए। लेकिन कुदरत को शायद कुछ और ही मंजूर था और अब ये माँ सिर्फ़ और सिर्फ इंसाफ चाहती है और ये चाहती है कि इसके बच्चों के साथ जो जुल्म और ज़्यादती की गई है उसका इंसाफ पुलिस की जानिब से, पुलिस जो करार वाकई सज़ा या कार्रवाई बनती है वो करे और अदालतों से इनको इंसाफ मिले। कुल 5 अफराद ज़ख्मी हैं और जितने ज़ख्मियों से कोशिश हो सकी हमने बात की और बात कर रहे हैं कि ये वाक़या किस तरह से पेश आया और समझने की कोशिश कर रहे हैं कि किस तरह से लोग निकलते आ रहे थे, सामने आते जा रहे थे और वो फायरिंग की जद में आते जा रहे थे और बाकायदा न सिर्फ निशाना बने बल्कि सीरियस कंडीशन में भी हैं इनमें से। बात करते हैं एक और ज़ख्मी से इस वाक़े के, उनसे जानते हैं कि ये किस तरह से हुआ। की ना है सरफराज। सरफराज ਤੁਹਾਡਾ ਘਰ ਤੇ ਕਾਫੀ ਦੂਰ ਹੈ ਜਿੱਥੇ ਵਾਕਿਆ ਹੋਇਆ ਹੈ, ਤੁਸੀਂ ਉੱਥੇ ਪਹੁੰਚੇ ਕਿਸ ਤਰ੍ਹਾਂ ਹੋ, ਗਏ ਕੀ ਕਰਨ ਉੱਥੇ? ਉੱਥੇ ਜਦ ਪਹੁੰਚੇ ਕਿ ਝਗੜਾ ਹੋਣ ਰਿਹਾ ਹੈ। ਅਸੀਂ ਇੱਥੋਂ ਗਿਆ, ਮੈਂ ਜਦੋਂ ਮੈਂ ਇੱਥੋਂ ਗਿਆ ਵਾ, ਅਰੇ ਮੈਂ ਨੁੱਕਰ ਨੰਗਿਆ ਵੀ ਤੇ ਆਪਣਾ ਉਹ ਚੋਰ ਨੇ ਫੜਿਆ, ਨਾਲ ਹੀ ਮੇਰੇ ਫੇਰ ਵੱਜ ਗਏ।
फायरिंग की आवाज़ सुन के गए हो? ਫੈਰਾਂ ਦੀ ਆਵਾਜ਼ ਸੁਣ ਕੇ ਤੁਹਾਨੂੰ ਉਧਰੋਂ ਉਹਨਾਂ ਨੇ ਕਿਹਾ ਕਿਸੇ ਨੇ ਕਿ ਵੇਚਣਾ ਆਣਾ, ਫਾਇਰ ਵੱਜ ਜਾਏਗਾ, ਕੋਈ ਇਸ ਤਰ੍ਹਾਂ ਦੀ ਗੱਲ ਹੋਈ? ਨਹੀਂ ਸਰ, ਮੈਨੂੰ ਕਿਸੇ ਨੇ ਨਹੀਂ, ਹੁਣ ਮੇਰੇ ਮਾਮੇ ਆ, ਜਾਣਾ ਤਾਂ ਹੈ ਸੀਗਾ। ਗੋਲੀਆਂ ਚੱਲ ਰਹੀਆਂ ਸਨ, ਤੁਸੀਂ ਉੱਥੇ ਪਹੁੰਚੇ ਹੋ ਔਰ ਤੁਹਾਨੂੰ ਵੀ ਗੋਲੀਆਂ ਕਿੰਨੇ ਮਾਰੀਆਂ, ਕਿੰਨੇ ਨੇ, ਕੋਈ ਹੈ ਪਹਿਚਾਣ ਹੈ ਸੀ ਉਹਨਾਂ 'ਚ ਤੁਹਾਨੂੰ? ਮਤਲਬ ਗੁਲਾਮ ਅੱਲਾ ਨੇ ਤੇ ਹਬੀਬ ਨੇ। सरफराज है, बड़ी मुश्किल से बात कर पा रहा है। कोशिश करेंगे कि ज़्यादा बात इनसे ना की जाए, चूँकि सारी स्टोरी अयूब ने हमें बताई, महमूद से भी आपने बात सुन ली, उनकी वालदा से भी बात हो गई। ये कहते हैं कि मैं भांजा हूँ उनका, और जब गोलियाँ चलने की आवाज़ आई तो मैं यहाँ से अपने घर से भागा। बिल्कुल वॉकिंग डिस्टेंस पे है, कोई 2 से 3 मिनट अगर आप पैदल चलते हैं तो अयूब और महमूद का घर जो है वो आ जाता है, इनके घर से दूरी पे है। तो ये वहाँ पहुँचते हैं तो वहाँ ये भी गोलियों की जद में आए और इस वक्त शदीद ज़ख्मी हालत में अपने घर में ज़िंदगी और मौत की कशमकश में है। पुलिस ने जो कार्रवाई की है वो भी आपके सामने है। जो मुल्ज़िमान की सज़ा बनती है वो तो अदालतें उनको देंगी, लेकिन पुलिस इन्हें तहफ़्फ़ुज़ देने के लिए अब तक क्या कर रही है, ये क्या कार्रवाई की है, ये सवाल बहरहाल मौजूद है। अदम बर्दाश्त के रोज़मर्रा बढ़ते हुए ये वाक़यात, जिसमें हज़ारों इंसानी जानें चली जाती हैं, उन्हीं वाक़यात की एक कड़ी ये एक वाक़या जिसके मुल्ज़िमान मालूम तो सबको हैं, लेकिन ताहाल पुलिस या कानून की गिरफ्त से बाहर हैं। कानूनी चाराजोई कह लें या आप कह लें कि थोड़े कानूनी चाराजोई के मामले में थोड़े तगड़े कह लें या फिर कोई और मामला कह लें, वो इस वक्त कानून की गिरफ्त से आज़ाद हैं, ज़मानतों पर वो रिहा हैं और मुबैना तौर पे इन्हें बार बार अब तक धमकाया जा रहा है। तफ्तीशी बदला है, क्या कार्रवाई होती है, ये चीज़ें इनका जवाब आना अभी बाकी है। मुल्ज़िमान मालूम है लेकिन मफरूर।